ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ, ਤਾਂ ਹੀ ਤੁਹਾਡੇ ਤੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ। ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੀ ਲੇਖ ਨਾ ਪੜੈ ਆਣਾ। ਦਰਗਹ ਘੜੀਐ ਤੀਨੇ ਲੇਖ, ਖੋਟਾ ਕਾਮ ਨ ਆਵੈ ਵੇਖ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੀ ਲੇਖ ਨਾ ਪੜੈ ਆਣਾ। ਦਰਗਹ ਘੜੀਐ ਤੀਨੇ ਲੇਖ, ਖੋਟਾ ਕਾਮ ਨ ਆਵੈ ਵੇਖ। ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖੈ ਸਭ ਕੋਏ। ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖੈ ਸਭ ਕੋਏ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਸਮੁੱਚੇ ਹੀ ਗੁਰਮੁਖ ਮਾਈ ਭਾਈ, ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਅਤੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਵਾਸਤੇ ਬੜੀ ਸ਼ਰਧਾ ਭਾਵਨਾ ਦੇ ਸੰਯੋਗ ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚਵਰ ਛਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਪਾਵਨ ਪਵਿੱਤਰ ਸੁੰਦਰ ਦਰਸ਼ਨ ਦੀਦਾਰ ਸਾਨੂੰ ਬਖਸ਼ੇ ਹਨ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਅਤੇ 12 ਮਾਹਾਂ ਜੀ ਦੀ ਪਾਵਨ ਗੁਰਬਾਣੀ ਦੇ ਵਿੱਚੋਂ ਹਾੜ ਦੇ ਮਹੀਨੇ ਦਾ ਉਪਦੇਸ਼ ਵੀ ਸਤਿਗੁਰੂ ਜੀ ਨੇ ਸਾਨੂੰ ਅੱਜ ਬਖਸ਼ਿਸ਼ ਕੀਤਾ ਹੈ। ਜੋ ਸਤਿਗੁਰੂ ਪਾਤਸ਼ਾਹ ਸ੍ਰੀ ਮੁਖ ਵਾਕ ਦੇ ਅੰਦਰ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਓ ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਚਰਨਾਂ ਦੇ ਨਾਲ ਜੋੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ
ਮਹੱਲਾ ਪਹਿਲਾ। ਧਨਾਸਰੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਹ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਅੱਜ ਦਾ ਸ੍ਰੀ ਮੁਖ ਵਾਕ ਨਵੀਨ ਸਵਰੂਪਾਂ ਦੇ 662 ਅੰਗ ਦੇ ਉੱਪਰ ਸੁਭਾਏਮਾਨ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਰੰਭਤਾ ਦੀ ਪੰਕਤੀ ਦੇ ਵਿੱਚ ਉਚਾਰਨ ਕਰਦੇ ਹਨ। ਕਾਇਆ ਕਾਗਦ ਮਨ ਪਰਵਾਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਤਿੰਨ ਪੁਰਸ਼ ਆਏ ਹਨ। ਇੱਕ ਤੇ ਜੋਗ ਮਤ ਦੇ ਨਾਲ ਸੰਬੰਧ ਰੱਖਣ ਵਾਲਾ ਜੋਗੀ ਕਹਿਲਾਉਂਦਾ ਹੈ। ਦੂਸਰਾ ਜਿਹੜਾ ਹਿੰਦੂ ਮਤ ਦੇ ਵਿੱਚੋਂ ਬ੍ਰਾਹਮਣ ਸਤਿਗੁਰਾਂ ਦੇ ਪਾਸ ਚੱਲ ਕਰਕੇ ਆਇਆ। ਤੀਸਰਾ ਇਸਲਾਮ ਧਰਮ ਦੇ ਵਿੱਚੋਂ ਕਾਜੀ ਚੱਲ ਕਰਕੇ ਆਇਆ ਜਿਹੜਾ ਫਤਵੇ ਸੁਣਾਉਂਦਾ ਹੈ। ਇਹ ਤਿੰਨੇ ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਭੇਟੇ ਹਨ, ਇਹਨਾਂ ਨੇ ਆਪੋ ਆਪਣਾ ਜਿਹੜਾ ਮਤ ਹੈ ਉਹ ਸ਼੍ਰੋਮਣੀ ਦਰਸਾਇਆ। ਜੋਗੀ ਕਹਿਣ ਲੱਗਿਆ ਜੀ ਸਾਰੇ ਧਰਮਾਂ ਦੇ ਵਿੱਚੋਂ ਸਾਡਾ ਜੋਗ ਮਤ ਜਿਹੜਾ ਸ੍ਰੇਸ਼ਟ ਹੈ, ਤੁਸੀਂ ਇਸ ਦਾ ਪ੍ਰਚਾਰ ਕਰੋ। ਹਿੰਦੂ ਜਿਹੜਾ ਸੀ ਕਹਿਣ ਲੱਗਿਆ ਜੀ ਜਿਹੜਾ ਸਾਡਾ ਬ੍ਰਾਹਮਣੀ ਮਤ ਹੈ ਇਸ ਦਾ ਤੁਸੀਂ ਪ੍ਰਚਾਰ ਕਰੋ, ਇਹ ਸਰਬੋਤਮ ਹੈ। ਇਸਲਾਮ ਧਰਮ ਦਾ ਕਾਜੀ ਕਹਿਣ ਲੱਗਿਆ ਸਤਿਗੁਰੂ ਪਾਤਸ਼ਾਹ ਸਾਡਾ ਧਰਮ ਸਾਰਿਆਂ ਤੋਂ ਮਹਾਨ ਹੈ ਤੇ ਤੁਸੀਂ ਸਾਡੇ ਹੱਕ ਦੇ ਵਿੱਚ ਪ੍ਰਚਾਰ ਕਰੋ। ਇਹ ਤਿੰਨਾਂ ਨੂੰ ਜਦੋਂ ਸਤਿਗੁਰਾਂ ਨੇ ਹੰਗਤਾ ਦੇ ਸੰਯੁਕਤ ਵੇਖਿਆ ਵੀ ਹੰਕਾਰ ਦੇ ਨਾਲੇ ਭਰੇ ਹੋਏ ਨੇ, ਦੂਸਰੇ ਦੇ ਧਰਮ ਨੂੰ ਨੀਵਾਂ ਜਣਾ ਰਹੇ, ਆਪਣੇ ਮਤ ਨੂੰ ਉੱਚਾ ਜਣਾਉਂਦੇ ਨੇ, ਤਾਂ ਉੱਥੇ ਫਿਰ ਸਤਿਗੁਰਾਂ ਨੇ ਤਿੰਨਾਂ ਨੂੰ ਸਾਂਝਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਾਇਆ ਕਾਗਦ ਮਨ ਪਰਵਾਣਾ। ਜਿਹੜੀ ਕਾਇਆ ਸਾਡੀ ਦੇਹੀ ਹੈ ਪਰਮਾਤਮਾ ਵਾਹਿਗੁਰੂ ਜੀ ਨੇ ਦਿੱਤੀ, ਇਹਦੇ ਵਿੱਚ 5 ਤੱਤ ਲੱਗੇ ਨੇ। ਆਕਾਸ਼ ਦਾ ਜਿਹੜਾ ਤੱਤ ਸਾਡੇ ਸਰੀਰ ਵਿੱਚ 10ਵਾਂ ਦੁਆਰ ਸਿਰ ਦੇ ਵਿੱਚ ਹੈ। ਹਵਾ ਦਾ ਜਿਹੜਾ ਤੱਤ ਸਾਨੂੰ ਸਰੀਰ ਨੂੰ ਸਹਾਰਾ ਦੇ ਕਰਕੇ ਸਵਾਸ ਰੂਪ ਹੋ ਕੇ ਵਸ ਰਿਹਾ, ਤੇ ਪਾਣੀ ਦਾ ਤੱਤ ਸਰੀਰ ਦੇ ਵਿੱਚ ਨਾੜੀਆਂ ਵਿੱਚ ਜਿਹੜਾ ਖੂਨ ਦਾ ਸਰਕਲ ਚੱਲ ਰਿਹਾ ਹੈ। ਇਸੇ ਪ੍ਰਕਾਰ ਮਿੱਟੀ ਦਾ ਜਿਹੜਾ ਤੱਤ, ਇਹ ਸਾਧ ਸੰਗਤ ਸਾਡੀ ਸਰੀਰ ਦੇ ਉੱਤੇ ਚਮੜੀ ਦਾ ਲੇਪਾ ਕੀਤਾ ਹੋਇਆ, ਤੇ ਜਿਹੜਾ ਇਸ ਵਿੱਚ ਅਗਨੀ ਤੱਤ ਹੈ ਇਹਦੇ ਨਾਲ ਸਰੀਰ ਵਿੱਚ ਭੋਜਨ ਹਜਮ ਹੋਈ ਜਾ ਰਿਹਾ। 5 ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਇਹ ਜਿਹੜੇ 5 ਤੱਤਾਂ ਦੀ ਮਿਸ਼ਰਤ ਸਾਡੀ ਕਾਇਆ ਦੇਹੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਦੇਹੀ ਸਦਾ ਨਹੀਂ ਰਹਿਣ ਵਾਲੀ। ਇਹਦੀ ਬੁਨਿਆਦ ਕਿੰਨੀ ਕੁ ਹੈ? ਕਾਗਦ ਦਾ ਅਰਥ ਜਿਵੇਂ ਕਾਗਜ਼ ਹੋਵੇ, ਉਹਦੇ ਤੇ ਪਾਣੀ ਦੀ ਬੂੰਦ ਪਈ ਨਹੀਂ ਤੇ ਕਾਗਜ਼ ਦੀ ਬੁਨਿਆਦ ਖਤਮ ਹੋਈ ਨਹੀਂ। ਪਾਣੀ ਦਾ ਤਬਕਾ ਪੈ ਗਿਆ, ਪਾਣੀ ਡੁੱਲ ਜਾਵੇ, ਕਾਗਜ਼ ਦੀ ਜਿਹੜੀ ਸਾਰੀ ਬੁਨਿਆਦ ਖਤਮ ਹੋ ਜਾਂਦੀ, ਕਾਗਜ਼ ਗਲ ਜਾਂਦਾ ਹੈ। ਤੇ ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਸਾਡੀ ਜਿਹੜੀ ਦੇਹੀ ਹੈ ਇਹਦੀ ਵੀ ਬੁਨਿਆਦ ਕਾਗਜ਼ ਜਿੰਨੀ ਹੈ। ਜਿਸ ਵੇਲੇ ਕਾਲ ਦਾ ਮੀਂਹ ਪੈ ਜਾਣਾ ਆ ਕਰਕੇ, ਉਸ ਵੇਲੇ ਇਸ ਦੇਹੀ ਨੂੰ ਕਾਗਜ਼ ਦੀ ਨਿਆਈ ਗਲਦਿਆਂ ਹੋਇਆਂ ਇੱਕ ਖਿੰਨ ਵੀ ਨਹੀਂ ਲੱਗੇਗਾ। ਇੱਕ ਖਿੰਨ ਦੇ ਵਿੱਚ ਹੀ ਜਿੰਦ ਨਿਮਾਣੀ ਕੱਢੀਏ, ਹੱਡਾਂ ਕੂ ਕੜਕਾਏ। ਇਹ ਸਰੀਰ ਜਿਹੜਾ ਹੈ ਇਸ ਵਿੱਚੋਂ ਜੀਵ ਆਤਮਾ ਨਿਰਾਲੀ ਕਰ ਲਈ ਜਾਂਦੀ ਹੈ। ਪਰੰਤੂ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਸਾਡਾ ਮਨ ਹੈ ਇਹ ਬੇਸਮਝੀ ਕਰਕੇ ਇਸ ਦੇਹੀ ਨੂੰ ਕਾਇਆ ਨੂੰ ਪ੍ਰਵਾਣ ਨੀਕ ਮੰਨੀ ਬੈਠਾ। ਮੈਂ ਨਾ ਮਰੋ ਮਰਬੋ ਸੰਸਾਰਾ, ਮੇਰਾ ਸਰੀਰ ਨਹੀਂ ਕਦੇ ਖਤਮ ਹੋਵੇਗਾ। ਸਰੀਰਾਂ ਕਰਕੇ ਤੇ ਦੇਵਤਾ ਨਹੀਂ ਕੋਈ ਰਿਹਾ, ਕੋਈ ਪੀਰ ਪੈਗੰਬਰ ਔਲੀਆ ਅਵਤਾਰ। ਨਜ਼ਰ ਮਾਰ ਕੇ ਵੇਖ ਲਓ, ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ। ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਅਵਤਾਰੀ ਪੁਰਖਾਂ ਨੂੰ ਵੀ ਜਾਣਾ ਪਿਆ, ਸਰੀਰਾਂ ਕਰਕੇ ਕੋਈ ਨਹੀਂ ਰਿਹਾ।
ਇਹ ਜਿਹੜਾ ਸਾਡਾ ਮਨ ਹੈ, ਸਤਿਗੁਰੂ ਜੀ ਕਹਿੰਦੇ ਕਾਗਜ਼ ਵਰਗੀ ਕਾਇਆ ਦੇਹੀ ਨੂੰ ਪਰਵਾਣਾ ਪ੍ਰਵਾਨ ਨੀਕ ਮੰਨੀ ਬੈਠਾ, ਵੀ ਸਦਾ ਲਈ ਮੈਂ ਸਰੀਰ ਕਰਕੇ ਅਮਰ ਹੋਵਾਂਗਾ। ਇਸੇ ਪ੍ਰਕਾਰ ਕਾਇਆ ਕੀ ਹੈ, ਸਾਡੀ ਜਿਹੜੀ ਬੁੱਧੀ ਹੈ, ਇਸ ਬੁੱਧੀ ਦੇ ਉੱਪਰ ਜਿਸ ਵੇਲੇ ਪਦਾਰਥਾਂ ਦਾ ਆ ਕਰਕੇ ਮੀਂਹ ਪੈ ਜਾਂਦਾ ਤੇ ਉਸ ਵੇਲੇ ਇਹਦੇ ਐਸੀ ਬੁਨਿਆਦ ਜਿਹੜੀ ਖਤਮ ਹੋ ਜਾਂਦੀ ਹੈ, ਉਹਦਾ ਅਸਰ ਗ੍ਰਹਿਣ ਕਰ ਲੈਂਦੀ ਬੁੱਧੀ, ਆਤਮ ਵਿਸ਼ੈਣੀ ਮਤ ਜਿਹੜੀ ਉਸ ਪਾਸਿਓਂ ਖਤਮ ਹੋ ਜਾਂਦੀ ਹੈ, ਵਿਸ਼ੇ ਵਿਸ਼ੈਣੀ ਬੁੱਧੀ ਬਣ ਜਾਂਦੀ, ਮਨ ਪਰਵਾਣਾ। ਪਰੰਤੂ ਮਨ ਨੇ ਬੇਸਮਝ ਹੋਣ ਕਰਕੇ ਇਸ ਬੁੱਧੀ ਨੂੰ ਪ੍ਰਵਾਨਨੀਕ ਮੰਨ ਲਿਆ ਵੀ ਇਹ ਬੁੱਧੀ ਨਹੀਂ ਕਦੇ ਇਸ ਪ੍ਰਕਾਰ ਖਤਮ ਹੋਣਾ ਕਰੇਗੀ। ਪਦਾਰਥਾਂ ਦਾ ਮੀਂਹ ਕਰਕੇ ਕਾਇਆ ਜਿਹੜੀ ਬੁੱਧੀ ਹੈ ਇਹ ਵੀ ਕਾਗਜ਼ ਦੀ ਨਿਆਈ ਬਰਬਾਦ ਹੋ ਜਾਂਦੀ ਹੈ। ਸਿਰ ਕੀ ਲੇਖ ਨਾ ਪੜੈ ਇਆਣਾ। ਜਿਹੜੇ ਇਸ ਜੀਵ ਦੇ ਵਾਸ਼ਨਾ ਦੇ ਪ੍ਰੇਰੇ ਹੋਏ ਦੇ ਸਿਰ ਮੱਥੇ ਦੇ ਉੱਤੇ ਪਰਮਾਤਮਾ ਨੇ ਲੇਖ ਲਿਖ ਦਿੱਤੇ ਨੇ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ। ਉਹ ਸਿਰ ਦੇ ਲਿਖੇ ਹੋਏ ਲੇਖਾਂ ਨੂੰ ਇਆਣਾ ਅਗਿਆਨੀ ਹੋਣ ਕਰਕੇ, ਬੇਸਮਝੀ ਹੋਣ ਕਰਕੇ ਇਹ ਜੀਵ ਪੜ੍ਹ ਨਹੀਂ ਸਕਦਾ ਹੈ। ਪਤਾ ਨਹੀਂ ਲੱਗਦਾ ਵੀ ਮੇਰੇ ਕੀ ਮਸਤਕ ਦੇ ਉੱਤੇ ਲੇਖ ਲਿਖੇ ਨੇ। ਗਿਆਨਵਾਨ ਸੱਜਣ ਜਿਹੜਾ ਗਿਆਨ ਵਿੱਚ ਟਿਕਿਆ, ਨਾਮ ਦੀ ਕਮਾਈ ਵਾਲਾ ਆਤਮ ਰਸੀਆ, ਉਹ ਆਪਣੇ ਵੀ ਲੇਖਾਂ ਨੂੰ ਸਮਝਦਾ, ਦੂਸਰੇ ਦੇ ਮੱਥੇ ਦੇ ਲੇਖ ਵੀ ਪੜ੍ਹ ਲੈਂਦਾ। ਇਹ ਅਗਿਆਨੀ ਜੀਵ ਜਿਹੜਾ ਹੈ ਬੇਸਮਝੀ ਹੋਣ ਕਰਕੇ ਸਿਰ ਦੇ ਪਏ ਹੋਏ ਲੇਖਾਂ ਨੂੰ ਨਾ ਪੜ੍ਹਦਾ ਨਹੀਂ ਹੈ। ਸਿਰ ਕੀ ਹੈ? ਸ਼੍ਰੋਮਣੀ ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਨਾਮ ਹੈ। ਇਹ ਕਾਇਆ ਬੁੱਧੀ ਰੂਪ ਕਾਗਜ਼ ਦੇ ਉੱਪਰ ਪਰਮਾਤਮਾ ਨੇ ਲਿਖ ਦਿੱਤਾ ਹੈ। ਬੁੱਧੀ ਸਥਿਰ ਰਹਿਣ ਵਾਲੀ ਨਹੀਂ ਹੈ। ਸਿਰ ਜਿਹੜਾ ਸ਼੍ਰੋਮਣੀ ਪਰਮਾਤਮਾ ਦਾ ਨਾਮ ਹੈ, ਨਾਮ ਦਾ ਲੇਖ ਇਹ ਸਦਾ ਲਈ ਹਮੇਸ਼ਾ ਵਾਸਤੇ ਸਥਿਰ ਰਹਿਣ ਵਾਲਾ ਹੈ। ਨਾ ਪੜ੍ਹੈ ਇਆਣਾ, ਬੇਸਮਝੀ ਕਰਕੇ ਜੀਵ ਇਸ ਵਿਚਾਰ ਨੂੰ ਪੜ੍ਹਦਾ ਨਹੀਂ, ਜਾਣਦਾ ਨਹੀਂ ਹੈ। ਦਰਗਹਿ ਘੜੀਐ ਤੀਨੇ ਲੇਖ। ਜਿਵੇਂ ਸੰਸਾਰੀ ਰਾਜਿਆਂ ਬਾਦਸ਼ਾਹਾਂ ਦੀਆਂ ਦਰਗਾਹਾਂ ਦੇ ਵਿੱਚ, ਉਹਨਾਂ ਦੇ ਦਰਬਾਰਾਂ ਵਿੱਚ ਹੁਕਮ ਦੇ ਨਾਲ 3 ਤਰ੍ਹਾਂ ਦੇ ਜਿਹੜੇ ਸਿੱਕੇ ਘੜੇ ਜਾਂਦੇ ਨੇ। ਇੱਕਨਾਂ ਦੇ ਵਿੱਚ ਸੋਨਾ ਰੱਖਿਆ ਜਾਂਦਾ ਤੇ ਉਹਦਾ ਨਾਮ ਮੋਹਰ ਪੈ ਜਾਂਦਾ। ਦੂਸਰੇ ਦੇ ਵਿੱਚ ਚਾਂਦੀ ਪਾ ਦਿੱਤੀ ਜਾਂਦੀ, ਉਹਨੂੰ ਰੁਪਇਆ ਕਹਿ ਦਿੰਦੇ ਨੇ। ਤੀਸਰੇ ਦੇ ਅੰਦਰ ਕੋਈ ਤਾਂਬਾ ਮਿਸ਼ਰਤ ਕਰਕੇ ਪਾਇਆ ਜਾਂਦਾ, ਹੋਰ ਧਾਤਾਂ, ਤੇ ਉਹਨੂੰ ਪੈਸਾ ਕਹਿ ਦਿੰਦੇ ਨੇ। ਇਹ 3 ਤਰ੍ਹਾਂ ਦੇ ਜਿਹੜੇ ਇਸ ਪ੍ਰਕਾਰ ਤਿੰਨਾਂ ਦੀ ਲੇਖ ਗਿਣਤੀ ਦੇ ਵਿੱਚ ਇਹ ਮੋਹਰਾਂ, ਰੁਪਏ ਤੇ ਜਿਹੜੇ ਸਿੱਕੇ ਨੇ, ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਉਹ ਪੈਸੇ ਆਦਿਕ ਘੜੇ ਜਾਂਦੇ ਨੇ। ਦੁਨਿਆਵੀ ਰਾਜਿਆਂ ਦੀਆਂ ਜਿਵੇਂ ਦਰਗਾਹਾਂ, ਉਹਨਾਂ ਦੇ ਦਰਬਾਰਾਂ ਵਿੱਚ 3 ਪ੍ਰਕਾਰ ਦੇ ਇਹ ਸਿੱਕੇ ਬਣਦੇ ਹਨ। ਓਟਾ ਕਾਮ ਨਾ ਆਵੈ ਵੇਖ। ਜਿਹੜਾ ਕੋਈ ਵੇਖਣ ਵਾਲਾ ਹੋਵੇ, ਚੰਗਾ ਕੋਈ ਐਸਾ ਸਿਆਣਾ ਮਨੁੱਖ ਹੋਵੇ, ਉਹ ਪਾਰਖੂ ਹੋਵੇ ਇਹਨਾਂ ਨੂੰ ਪਰਖਣ ਦਾ। ਉਹ ਜਦੋਂ ਧਿਆਨ ਦੇ ਨਾਲ ਵੇਖੇਗਾ ਵੀ ਕਿਤੇ ਮੋਹਰ ਜਿਹੜੀ ਇਹ ਸੁੱਧ ਸੋਨੇ ਦੀ ਜਾਂ ਇਹਦੇ ਵਿੱਚ ਮੁਲੰਮਾ ਤੇ ਨਹੀਂ ਮਿਲਿਆ ਹੋਇਆ, ਤੇ ਉਹ ਚੰਗੀ ਤਰ੍ਹਾਂ ਵੇਖੇਗਾ ਕਿ ਚਾਂਦੀ ਦੇ ਸਿੱਕੇ ਵਿੱਚ ਹੋਰ ਤਾਂ ਕੋਈ ਧਾਤ ਮਿਸ਼ਰਤ ਨਹੀਂ ਹੋਈ। ਜਿਹੜਾ ਪੈਸਾ ਹੈ ਇਹ ਤਾਂਬੇ ਦੇ ਅੰਦਰ ਕੋਈ ਹੋਰ ਧਾਤ ਤਾਂ ਨਹੀਂ ਮਿਲਾਈ ਗਈ। ਵੇਖਣ ਵਾਲਾ ਜਦੋਂ ਵੇਖਦਾ ਚੰਗੀ ਤਰ੍ਹਾਂ, ਉਹ ਕਹਿੰਦਾ ਭਾਈ ਆਹ ਜਿਹੜਾ ਪੈਸਾ ਸਿੱਕਾ ਇਹ ਖੋਟਾ ਹੈ, ਇਹ ਨਕੰਮਾ ਹੈ, ਇਹ ਚੱਲੇਗਾ ਨਹੀਂ। ਕਾਮ ਨਾ ਆਵੇ, ਇਹ ਕਿਸੇ ਵੀ ਕੰਮ ਨਹੀਂ ਆਉਣਾ। ਇਸੇ ਪ੍ਰਕਾਰ ਦਰਗਹਿ ਘੜੀਐ ਤੀਨੇ ਲੇਖ। ਦਰਗਹਿ ਪਰਮਾਤਮਾ ਵਾਹਿਗੁਰੂ ਦੀ ਦਰਗਾਹ ਦੇ ਵਿੱਚੋਂ ਇਹ ਜੀਵ ਜਿਹੜੇ ਨੇ 3 ਪ੍ਰਕਾਰ ਦੇ ਸਿੱਕਿਆਂ ਦੀ ਨਿਆਈ ਘੜ ਕੇ ਪਰਮਾਤਮਾ ਨੇ ਭੇਜੇ ਨੇ। ਇੱਕ ਤਾਂ ਸਾਧ ਸੰਗਤ ਜੀ ਮੋਹਰਾਂ ਦੀ ਨਿਆਈ ਜਿਹੜੇ ਸਤੋ ਗੁਣੀ ਵਿਰਤੀ ਵਾਲੇ ਨੇ। ਜਿਹੜੇ ਸਿੱਕਿਆਂ ਦੀ ਨਿਆਈ, ਚਾਂਦੀ ਦੀ ਨਿਆਈ ਰਜੋ ਗੁਣੀ ਬਿਰਤੀ ਵਾਲੇ ਪਰਮਾਤਮਾ ਨੇ ਬਣਾਏ। ਪੈਸਿਆਂ ਦੀ ਨਿਆਈ ਜਿਹੜੇ ਨੇ, ਤਾਂਬੇ ਦੀ ਨਿਆਈ, ਇਹ ਬਣਾਏ ਨੇ ਤਮੋ ਗੁਣੀ ਬਿਰਤੀ ਵਾਲੇ। ਦਰਗਹਿ ਘੜੀਐ ਤੀਨੇ ਲੇਖ। ਫਿਰ ਕਰਮ, ਉਪਾਸ਼ਨਾ ਤੇ ਗਿਆਨ 3 ਸਾਧਨ ਨੇ ਪਰਮਾਤਮਾ ਨੂੰ ਮਿਲਣ ਦੇ।
ਜਿਹੜਾ ਤੇ ਤਾਮਸੀ ਬੰਦਾ ਉਹ ਤੇ ਕਰਮਾਂ ਦੇ ਵਿੱਚ ਹੀ ਲੱਗਿਆ ਰਹਿੰਦਾ, ਕਰਮ ਕਾਂਡੀ ਬਣ ਜਾਂਦਾ। ਜਿਹੜਾ ਰਾਜਸੀ ਮਨੁੱਖ ਹੈ ਸਾਧ ਸੰਗਤ ਜੀ, ਉਹ ਫਿਰ ਇਸ ਪ੍ਰਕਾਰ ਦੇ ਨਾਲ ਜਿਹੜੀ ਸਤੋ ਗੁਣੀ ਵਿਰਤੀ ਵਾਲਾ ਵਾਹਿਗੁਰੂ ਰਾਜਸੀ ਵਿਰਤੀ ਵਾਲਾ ਹੈ, ਉਹ ਚਾਂਦੀ ਦੇ ਸਿੱਕਿਆਂ ਦੀ ਨਿਆਈ ਉਪਾਸਨਾ ਵਿੱਚ ਲੱਗਿਆ ਰਹਿੰਦਾ, ਦੇਵੀ ਦੇਵਤਿਆਂ ਦੀ ਆਰਾਧਨਾ ਉਪਾਸਨਾ ਕਰੀ ਜਾਂਦਾ। ਤੀਸਰਾ ਜਿਹੜਾ ਮਨੁੱਖ ਹੈ ਸਤੋ ਗੁਣੀ ਵਿਰਤੀ ਵਾਲਾ, ਇਹ ਸਾਧ ਸੰਗਤ ਇਸ ਪ੍ਰਕਾਰ ਫਿਰ ਸੋਨੇ ਦੀਆਂ ਮੋਹਰਾਂ ਦੀ ਨਿਆਈ ਇੱਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਨਾਮ ਦਾ ਆਸਰਾ ਲੈਂਦਾ ਹੈ। ਉਹਦੇ ਕੋਲ ਗਿਆਨ ਹੁੰਦਾ ਹੈ, ਇਸ ਲਈ ਕਰਮ ਉਪਾਸਨਾ ਗਿਆਨ ਇਹ ਤਿੰਨੇ ਜਿਹੜੇ ਸਾਧਨ ਹਨ, ਖੋਟਾ ਕਾਮ ਨਾ ਆਵੇ ਵੇਖ। ਤੇ ਜਿਸ ਦੇ ਪਾਸ ਸਾਧ ਸੰਗਤ ਜੀ ਪਰਮਾਤਮਾ ਦਾ ਨਾਮ ਨਹੀਂ ਹੈ, ਸਿਮਰਨ ਨਹੀਂ ਹੈ, ਤੇ ਉਹ ਤਾਂ ਫਿਰ ਖੋਟਾ ਨਿਕੰਮਾ ਹੈ। ਕਾਮ ਨਾ ਆਵੇ ਫਿਰ ਉਹ ਕਿਸੇ ਵੀ ਕੰਮ ਨਹੀਂ ਆਉਂਦਾ। ਵੇਖ ਵੇਖਣ ਵਾਲੇ ਪਾਰਖੂ ਜਿਹੜੇ ਜਗਿਆਸੂ ਗੁਰਮੁਖ ਪਿਆਰੇ ਹਨ, ਉਹ ਇਸ ਗੱਲ ਨੂੰ ਜਾਣਦੇ ਹਨ, ਸਮਝਦੇ ਹਨ। ਨਾਨਕ ਜੇ ਵਿੱਚ ਰੂਪਾ ਹੋਏ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਹਨਾਂ ਤਿੰਨਾਂ ਨੂੰ ਮੁਖਾਤਬ ਹੋ ਕਰਕੇ ਉਪਦੇਸ਼ ਸਾਨੂੰ ਦੇ ਰਹੇ ਨੇ। ਕਹਿੰਦੇ ਜੇ ਵਿੱਚ ਰੂਪਾ ਹੋਏ, ਜੇ ਕਿਤੇ ਰੁਪਏ ਦੇ ਅੰਦਰ ਜਿਹੜਾ ਚਾਂਦੀ ਦਾ ਬਣਿਆ, ਉਸ ਵਿੱਚ ਰੂਪਾ ਚੰਗੀ ਸ਼ੁੱਧ ਜਿਹੜੀ ਚਾਂਦੀ ਲੱਗੀ ਹੋਵੇ। ਖਰਾ ਖਰਾ ਆਖੈ ਸਭ ਕੋਏ। ਫਿਰ ਉਸ ਨੂੰ ਸਾਰਾ ਕੋਈ ਭਾਈ ਖਰਾ ਹੈ, ਇਹ ਚੰਗਾ ਹੈ, ਇਹ ਚੰਗਾ ਹੈ, ਇਸ ਤਰ੍ਹਾਂ ਹੀ ਸਾਰੇ ਕਹਿੰਦੇ ਨੇ। ਮੋਹਰ ਦੇ ਅੰਦਰ ਸੁੱਧ ਜਿਹੜਾ ਸੋਨਾ ਲੱਗਿਆ ਹੋਵੇ, ਮੋਹਰ ਚੰਗੀ ਹੈ। ਸਿੱਕੇ ਦੇ ਅੰਦਰ ਸੁੱਧ ਤਾਂਬਾ ਲੱਗਿਆ ਹੋਵੇ, ਉਹ ਚੰਗਾ ਹੈ। ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖੈ ਸਭ ਕੋਏ। ਜੇਕਰ ਮਨੁੱਖ ਦੇ ਅੰਦਰ ਰਾਜਸੀ ਸੁਭਾਅ ਵਾਲੇ ਦੇ ਅੰਦਰ, ਤਾਮਸੀ ਸੁਭਾਅ ਵਾਲੇ ਦੇ ਅੰਦਰ, ਤੇ ਇਸੇ ਪ੍ਰਕਾਰ ਸ਼ਾਂਤਕੀ ਸੁਭਾਅ ਵਾਲੇ ਦੇ ਅੰਦਰ ਇਹ ਗੁਣ ਹੋਣਗੇ। ਕਰਮ ਉਪਾਸਨਾ ਗਿਆਨ ਜੇਕਰ ਇਹਨਾਂ ਦੇ ਨਾਲ ਨਾਮ ਵੀ ਜੁੜਿਆ ਹੋਵੇਗਾ, ਫਿਰ ਕਰਮ ਕੀਤੇ ਵੀ ਸਫਲੇ ਨੇ। ਨਾਮ ਕਰਕੇ ਉਪਾਸਨਾ ਕੀਤੀ ਵੀ ਸਫਲੀ ਹੈ, ਨਾਮ ਹੋਣ ਕਰਕੇ ਗਿਆਨ ਦੀ ਪ੍ਰਾਪਤੀ ਵੀ ਸਫਲੀ ਹੈ। ਜੇਕਰ ਰੂਪਾ ਕਹੀਏ ਚਾਂਦੀ ਦੀ ਨਿਆਈ ਪਰਮੇਸ਼ਰ ਦਾ ਨਾਮ ਹੈ ਇਹਨਾਂ ਜੀਵਾਂ ਕੋਲ, ਫਿਰ ਸਾਰੇ ਉਸ ਨੂੰ ਭਲਾ ਹੈ, ਭਲਾ ਹੈ, ਚੰਗਾ ਹੈ, ਚੰਗਾ ਹੈ, ਇਸ ਤਰ੍ਹਾਂ ਕਹਿੰਦੇ ਹਨ। ਵਿਸਰਾਮ ਅਸਥਾਈ ਦੇ ਕਰਕੇ ਸਤਿਗੁਰੂ ਉਚਾਰਨ ਕਰਦੇ ਹਨ। ਕਾਦੀ ਕੂੜ ਬੋਲ ਮਲ ਖਾਏ। ਜਿਹੜਾ ਸਾਹਮਣੇ ਕਾਜੀ ਬੈਠਾ ਸੀ, ਕਹਿੰਦਾ ਸਾਡਾ ਮਤ ਸ਼੍ਰੋਮਣੀ ਹੈ, ਅਸੀਂ ਸਭ ਤੋਂ ਮਹਾਨ ਹਾਂ, ਸਾਡਾ ਪ੍ਰਚਾਰ ਕਰੋ। ਸਤਿਗੁਰੂ ਪਾਤਸ਼ਾਹ ਕਹਿੰਦੇ, ਕਾਜੀ ਕੂੜ ਬੋਲ ਮਲ ਖਾਏ। ਤੁਹਾਡਾ ਸੁਭਾਅ ਕੀ ਬਣ ਚੱਲਿਆ ਹੈ? ਕੂੜ ਝੂਠ ਨੂੰ ਬੋਲਦੇ ਹੋ, ਤੇ ਇਸ ਪ੍ਰਕਾਰ ਮਲ ਜਿਹੜੀ ਪਾਪਾਂ ਦੀ ਮੈਲ ਹੈ, ਖਾਏ ਖਾਂਦੇ ਹੋ। ਝੂਠ ਸਮਾਨ ਪਾਪ ਨਹਿ ਕੋਈ, ਨਹੀਂ ਝੂਠ ਤੇ ਸੁਭਗਤ ਹੋਈ। ਝੂਠ ਵਰਗਾ ਕੋਈ ਪਾਪ ਨਹੀਂ ਹੈ। ਇਸ ਪ੍ਰਕਾਰ ਹੈ ਕਾਜੀ, ਕੂੜ ਜਿਹੜਾ ਝੂਠ ਬੋਲ ਕਰਕੇ ਪਾਪਾਂ ਦੀ ਮੈਲ ਨੂੰ ਖਾਏ ਖਾਣਾ ਕਰਦੇ ਹੋ। ਬ੍ਰਾਹਮਣ ਨਾਵੇ ਜੀਆ ਕਾਏ। ਜਿਹੜਾ ਬ੍ਰਾਹਮਣ ਬੈਠਾ ਸੀ ਕਹਿਣ ਲੱਗਿਆ ਜੀ ਸਾਡਾ ਮਤ ਸ਼੍ਰੋਮਣੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਬ੍ਰਾਹਮਣ ਨਾਵੇ ਜੀਆਂ ਕਾਏ। ਨਾਲੇ ਤੇ ਤੁਸੀਂ ਤੀਰਥਾਂ ਤੇ ਜਾ ਕਰਕੇ ਨਾਵੇ ਇਸ਼ਨਾਨ ਕਰਦੇ ਹੋ, ਤੇ ਫਿਰ ਨਾਲ ਹੀ ਜੀਆ ਘਾਏ। ਉਥੋਂ ਇਸ ਤਰ੍ਹਾਂ ਜਲ ਜੰਤੂਆਂ ਨੂੰ ਪਕੜ ਕਰਕੇ ਘਾਏ ਮਾਰ ਕਰਕੇ ਤੁਸੀਂ ਖਾਈ ਜਾਂਦੇ ਹੋ। ਇਸ ਲਈ ਤੁਹਾਡਾ ਜਿਹੜਾ ਮਤ ਹੈ ਇਹ ਵੀ ਸ਼੍ਰੋਮਣੀ ਨਹੀਂ ਹੈ। ਇੱਕ ਪਾਸੇ ਨਹਾਉਣਾ ਇਸ਼ਨਾਨ ਕਰਨਾ, ਦੂਸਰੇ ਪਾਸੇ ਜੀਵਾਂ ਦਾ ਕਤਲੇਆਮ ਕਰਦੇ, ਜਵਾਨਾਂ ਦੀਆਂ ਸਵਾਦਾਂ ਵਾਸਤੇ ਖਾਈ ਜਾਂਦੇ ਹੋ। ਜੋਗੀ ਜੁਗਤ ਨਾ ਜਾਣੈ ਅੰਧ। ਤੀਸਰਾ ਜੋਗੀ ਜਿਹੜਾ ਸੀ ਜੋਗ ਮਤ ਵਾਲਾ ਕਹਿਣ ਲੱਗਿਆ ਜੀ ਹੁਣ ਤੇ ਫਿਰ ਸਾਡਾ ਹੀ ਜਿਹੜਾ ਮਤ ਸ਼੍ਰੋਮਣੀ ਰਹਿ ਗਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਜੋਗੀ ਪੁਰਸ਼ਾ ਜੁਗਤ ਨਾ ਜਾਣੈ ਅੰਧ। ਤੁਸੀਂ ਵੀ ਅੰਧ ਅਗਿਆਨੀ ਹੋ, ਮਨ ਬੁੱਧੀ ਰੂਪ ਨੇਤਰਾਂ ਵਿੱਚ ਵਿਚਾਰ ਦੀ ਜੋਤ ਤੁਹਾਡੇ ਨਹੀਂ ਹੈ।
ਇਸ ਕਰਕੇ ਜੁਗਤ ਜਿਹੜੀ ਜੁੜਨਾ ਹੈ ਪਰਮਾਤਮਾ ਨਾਲ, ਨਾ ਜਾਣੇ ਤੁਸੀਂ ਜਾਣਿਆ ਨਹੀਂ। ਕੰਨਾਂ ਵਿੱਚ ਮੁੰਦਰਾਂ ਪਾ ਕਰਕੇ, ਵਿਭੂਤੀ ਮਲ ਕਰਕੇ, ਜਟਾਵਾਂ ਬਣਾ ਕਰਕੇ ਜੋਗੀ ਨਹੀਂ ਬਣਿਆ ਜਾਂਦਾ। ਜੋਗੀ ਨਾਮ ਤੇ ਜੁੜਨ ਦਾ ਜਿਹੜਾ ਜੁੜਿਆ ਹੋਇਆ ਹੈ। ਗੁਰਮੁਖ ਜੋਗੀ ਜਾਗਦੇ, ਗੁਰੂ ਦੇ ਸਿੱਖ ਵੀ ਜੋਗੀ ਨੇ। ਸਾਧ ਸੰਗਤ ਜਿਹੜੇ ਜੁੜਦੇ ਨੇ ਪਰਮਾਤਮਾ ਨਾਲ, ਜੁੜਨ ਵਾਲੇ ਦਾ ਨਾਮ ਜੋਗੀ ਹੈ। ਭੇਖ ਕਰਕੇ ਕੋਈ ਜੋਗੀ ਨਹੀਂ ਹੈ। ਜੋਗੀ ਜੁਗਤ ਨਾ ਜਾਣੈ ਅੰਧ, ਇਸ ਪ੍ਰਕਾਰ ਅੰਧ ਅਗਿਆਨੀ ਜਿਹੜਾ ਜੀਵ ਹੈ ਇਹ ਪਰਮਾਤਮਾ ਦੇ ਨਾਲ ਜੁੜਨ ਦੀ ਜੁਗਤ ਨੂੰ ਨਹੀਂ ਜਾਣਦਾ। ਤੀਨੇ ਉਜਾੜੇ ਕਾ ਬੰਦ, ਇਹ ਤਿੰਨਾਂ ਨੂੰ ਪਰਮਾਤਮਾ ਨੇ ਡਿਊਟੀਆਂ ਲਾਈਆਂ ਸੀ ਵੀ ਸੰਸਾਰ ਉਜਾੜ ਦੇ ਅੰਦਰ ਤੁਸੀਂ ਬੰਦ ਕਹੀਏ, ਆਸਰਾ ਬਣਨਾ ਲੋਕਾਂ ਦਾ। ਤੇ ਇਸ ਲਈ ਕਾਜੀ ਨੇ ਵੀ ਇਸ ਤਰ੍ਹਾਂ ਆਸਰਾ ਦੇਣਾ ਸੀ, ਬ੍ਰਾਹਮਣ ਨੇ ਆਸਰਾ ਬਣਨਾ ਸੀ, ਤੇ ਜੋਗੀ ਨੇ ਵੀ ਆਸਰਾ ਸਹਾਰਾ ਬਣਨਾ ਸੀ ਦੁਨੀਆ ਦਾ। ਪਰੰਤੂ ਹੋਇਆ ਕਿ ਪਰਮਾਤਮਾ ਦੇ ਨਾਮ ਦੇ ਵੱਲੋਂ ਟੁੱਟ ਕਰਕੇ ਤੀਨੇ ਉਜਾੜੇ ਕਾ ਬੰਦ, ਇਹ ਤਿੰਨੇ ਜਾਣੇ ਸੰਸਾਰ ਨੂੰ ਉਜਾੜਨ ਦਾ ਬੰਦ ਕਹੀਏ ਕਾਰਨ ਬਣ ਗਏ ਨੇ। ਇਨ੍ਹਾਂ ਤਿੰਨਾਂ ਕਰਕੇ ਹੀ ਸੰਸਾਰ ਦਾ ਉਜਾੜਾ ਹੋ ਰਿਹਾ ਹੈ। ਸੋ ਜੋਗੀ ਜੋ ਜੁਗਤ ਪਛਾਣੈ, ਅਸਲ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਜੋਗੀ ਉਹੀ ਹੈ ਭਾਈ ਜਿਹੜਾ ਪਰਮਾਤਮਾ ਦੇ ਨਾਲ ਜੁਗਤ ਜੋੜਨ ਦੀ ਵਿਧੀ ਨੂੰ ਪਛਾਣਿਆ ਜਾਣਦਾ ਹੈ। ਕਿਸ ਤਰ੍ਹਾਂ ਜੁੜਨਾ ਹੈ ਪਰਮਾਤਮਾ ਦੇ ਨਾਲ? ਧਿਆਤਾ ਧਿਆਨ ਧੇ ਦੁਆਰਾ, ਗਿਆਤਾ ਗਿਆਨ ਗੇ ਦੇ ਦੁਆਰਾ ਪਰਮੇਸ਼ਰ ਨਾਲ ਜੁੜਨ ਦੀ ਜੁਗਤੀ ਨੂੰ ਜਿਹੜਾ ਪਛਾਣ ਲੈਂਦਾ ਉਸ ਨੂੰ ਜੁੜਿਆ ਹੋਇਆ ਜੋਗੀ ਕਿਹਾ ਜਾਂਦਾ। ਗੁਰ ਪ੍ਰਸਾਦੀ ਏਕੋ ਜਾਣੈ, ਫਿਰ ਗੁਰਾਂ ਦੀ ਪ੍ਰਸਾਦੀ ਕਿਰਪਾ ਦੇ ਦੁਆਰਾ ਇੱਕੋ ਇੱਕ ਅਦਵੈਤ ਸਰੂਪ ਪਰਮਾਤਮਾ ਨੂੰ ਜਾਣੈ। ਉਹ ਜਾਣਨ ਵਾਲਾ ਹੋਣਾ ਚਾਹੀਦਾ, ਦੁਬਿਧਾ ਨਾ ਹੋਵੇ ਮਨ ਦੇ ਅੰਦਰ, ਕੋਈ ਭਰਮ ਭੁਲੇਖਾ ਨਾ ਰਹਿਣਾ ਕਰੇ, ਸਾਰਿਆਂ ਅੰਦਰ ਇੱਕ ਦੀ ਜੋਤ ਨੂੰ ਜਾਣਦਾ ਹੋਵੇ। ਕਾਜੀ ਸੋ ਜੋ ਉਲਟੀ ਕਰੈ, ਕਾਜੀ ਕਿਸ ਨੂੰ ਕਿਹਾ ਜਾਂਦਾ ਹੈ? ਜਿਸ ਦੀ ਸੰਸਾਰਾਕਾਰ ਬਿਰਤੀ ਬਣੀ ਹੋਈ ਹੈ, ਉਹਨੂੰ ਉਲਟੀ ਦਾ ਅਰਥ ਉਲਟਾ ਕਰਕੇ ਬ੍ਰਹਮਾਕਾਰ ਬਣਾ ਦੇਣਾ ਕਰੇ। ਕਿਉਂਕਿ ਕਾਜੀ ਨੇ ਫਤਵਾ ਸੁਣਾਉਣਾ ਹੈ, ਇਸ ਲਈ ਫਤਵਾ ਸੁਣਾਉਣ ਲੱਗਿਆਂ ਤੇ ਉੱਥੇ ਕੋਈ ਵਿਤਕਰਾ ਨਾ ਮਨ ਵਿੱਚ ਹੋਵੇ। ਜਦੋਂ ਸੰਸਾਰਾਕਾਰ ਬਿਰਤੀ ਉਲਟ ਕਰਕੇ ਬ੍ਰਹਮਾਕਾਰ ਬਣ ਜਾਂਦੀ, ਫਿਰ ਉਹ ਕਾਜੀ ਨਿਆਂ ਵਾਲਾ ਬਣ ਜਾਂਦਾ, ਨਿਆਂ ਦਿੰਦਾ ਹੈ। ਕਾਜੀ ਸੋ ਉਹੀ ਕਾਜੀ ਹੈ ਅਸਲ ਵਿੱਚ ਜਿਹੜਾ ਸੰਸਾਰਾਕਾਰ ਬਿਰਤੀ ਨੂੰ ਉਲਟਾ ਕੇ ਬ੍ਰਹਮਾਕਾਰ ਆਪਣੀ ਬਿਰਤੀ ਨੂੰ ਕਰ ਲੈਂਦਾ ਹੈ। ਗੁਰ ਪ੍ਰਸਾਦੀ ਜੀਵਤ ਮਰੈ, ਫਿਰ ਆਪਣੇ ਗੁਰਾਂ ਦੀ ਪ੍ਰਸਾਦੀ ਕਿਰਪਾ ਦੇ ਦੁਆਰਾ ਨਾਮ ਦਾ ਅਭਿਆਸ ਕਮਾਈ ਕਰਕੇ ਜੀਵਤ ਭਾਵ ਤੋਂ ਮਰ ਜਾਵੇ। ਹੰਗਤਾ ਮਮਤਾ ਆਪਣੀ ਜਿਤਨੀ ਹਉਮੈ ਹੈ, ਜਿੰਨਾ ਹੰਕਾਰ ਹੈ, ਇਹਨੂੰ ਮੇਟ ਦੇਵੇ। ਜੀਵਤ ਭਾਵ ਤੋਂ ਮਰਨ ਵਾਲਾ ਗੁਰਾਂ ਦੀ ਕਿਰਪਾ ਨਾਲ ਉਹੀ ਅਸਲੀ ਕਾਜੀ ਕਿਹਾ ਜਾਂਦਾ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ, ਤੇ ਬ੍ਰਾਹਮਣ ਦੇ ਪਰਥਾਏ ਸਤਿਗੁਰੂ ਪਾਤਸ਼ਾਹ ਨੇ ਉਪਦੇਸ਼ ਬਖਸ਼ਿਆ। ਕਹਿੰਦੇ ਪੁਰਸ਼ਾ ਅਸਲ ਦੇ ਵਿੱਚ ਉਹੀ ਬ੍ਰਾਹਮਣ ਹੈ ਜੋ ਬ੍ਰਹਮ ਵਿਚਾਰੈ, ਜਿਹੜਾ ਬ੍ਰਹਮ ਸਰੂਪ ਪਰਮਾਤਮਾ ਨੂੰ ਵਿਚਾਰਦਾ ਹੈ ਬੈਠ ਕਰਕੇ, ਜਿਸ ਦੇ ਅੰਦਰ ਬ੍ਰਹਮ ਸਰੂਪ ਵਾਹਿਗੁਰੂ ਦੀ ਵਿਚਾਰ ਆ ਕਰਕੇ ਸਮਾ ਗਈ, ਤੇ ਉਸੇ ਨੂੰ ਬ੍ਰਾਹਮਣ ਕਿਹਾ ਜਾਂਦਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ। ਨਵ ਨਿਧੀ 18 ਸਿੱਧੀ ਪਿਛੈ ਲੱਗੀਆਂ ਫਿਰਹਿ, ਜੋ ਹਰ ਹਿਰਦੈ ਸਦਾ ਬਸਾਏ। ਇਸ ਲਈ ਉਹ ਅਸਲ ਵਿੱਚ ਬ੍ਰਾਹਮਣ ਕਿਹਾ ਜਾਂਦਾ ਜਿਹੜਾ ਬ੍ਰਹਮ ਸਰੂਪ ਨੂੰ ਵਿਚਾਰਦਾ ਹੈ, ਪਰਮਾਤਮਾ ਦੀ ਵਿਚਾਰ ਨੂੰ ਹਿਰਦੇ ਵਿੱਚ ਸਮਾ ਲੈਂਦਾ। ਆਪ ਤਰੈ ਸਗਲੇ ਕੁਲ ਤਾਰੈ, ਇਹ ਗੁਣਾਂ ਵਾਲਾ ਚਾਹੇ ਤੇ ਸਤਿਗੁਰੂ ਕਹਿੰਦੇ ਕੋਈ ਕਾਜੀ ਹੋਵੇ, ਚਾਹੇ ਇਹਨਾਂ ਗੁਣਾਂ ਵਾਲਾ ਬ੍ਰਾਹਮਣ ਹੋਵੇ, ਚਾਹੇ ਇਹਨਾਂ ਗੁਣਾਂ ਵਾਲਾ ਜੋਗੀ ਹੋਵੇ ਜਿਨ੍ਹਾਂ ਵਿੱਚ ਇਹ ਗੁਣ ਦੱਸੇ ਨੇ। ਜਦੋਂ ਐਸੇ ਦੇਵੀ ਗੁਣ ਆ ਜਾਂਦੇ, ਆਪ ਤਰੈ, ਆਪ ਵੀ ਸੰਸਾਰ ਤੋਂ ਜਿਹੜਾ ਤਰ ਜਾਂਦਾ, ਮੁਕਤ ਹੋ ਜਾਂਦਾ। ਸਗਲੇ ਕੁਲ ਤਾਰੈ, ਤੇ ਆਪਣੀਆਂ ਸਗਲੇ ਸਾਰੀਆਂ ਕੁਲਾਂ ਨੂੰ ਤਾਰ ਲੈਂਦਾ।
21 ਕੁਲਾਂ 101 ਕੁਲ ਬੇਅੰਤ ਕੁਲਾਂ ਨੂੰ ਆਪਣੇ ਮੁਕਤ ਕਰ ਲੈਂਦਾ, ਆਪ ਵੀ ਸੰਸਾਰ ਤੋਂ ਤਰ ਜਾਂਦਾ ਦਾਨ ਹੈ। ਸੰਬੰਧ ਸੋਈ ਦਿਲ ਧੋਵੈ। ਅੱਗੇ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਦਾਨ ਸੰਬੰਧ ਦਾ ਅਰਥ ਹੈ ਸਿਆਣਾ ਪੜ੍ਹਿਆ ਲਿਖਿਆ ਐਸਾ ਬ੍ਰਾਹਮਣ ਜਿਹੜਾ ਆਪਣੇ ਆਪ ਨੂੰ ਵਿਦਵਾਨ ਕਹਾਉਂਦਾ ਹੈ, ਐਸਾ ਉਹ ਦਾਨ ਸੰਬੰਧ ਸਿਆਣਾ ਚਤਰ ਸੁਗੜ ਤਤ ਵੇਤਾ ਸੋਈ ਉਹੀ ਹੈ। ਕੌਣ ਹੈ? ਸਤਿਗੁਰੂ ਕਹਿੰਦੇ ਦਿਲ ਧੋਵੈ, ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਜਲ ਦੇ ਨਾਲ ਆਪਣੇ ਦਿਲ ਨੂੰ ਧੋਵੈ, ਧੋ ਦੇਣਾ ਕਰੇ। ਪਾਪਾਂ ਦੀ ਜਿਹੜੀ ਮੈਲ ਅੰਦਰੋਂ ਸਾਧ ਸੰਗਤ ਕੱਢ ਦੇਣੀ ਕਰੇ, ਉਸੇ ਨੂੰ ਦਾਨ ਸੰਬੰਧ ਚਤਰ ਕਿਹਾ ਜਾਂਦਾ। ਮੁਸਲਮਾਨ ਸੋਈ ਮਲ ਖੋਵੈ। ਦੂਸਰੇ ਪਾਸੇ ਇਸਲਾਮ ਧਰਮ ਵਾਲਾ ਆਪਣੇ ਆਪ ਨੂੰ ਜਿਹੜਾ ਮੁਸਲਮਾਨ ਕਹਾਉਂਦਾ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਸੋਈ ਉਹੀ ਅਸਲ ਵਿੱਚ ਮੁਸਲਮਾਨ ਹੈ। ਕਿਹੜਾ? ਜਿਹੜਾ ਮਲ ਖੋਵੈ, ਆਪਣੇ ਅੰਦਰੋਂ ਪਾਪਾਂ ਦੀ ਮਲ ਮੈਲ ਨੂੰ ਖੋਵੈ, ਖੋ ਦੇਵੇ। ਇੰਨੀ ਕੋ ਨਿਮਰਤਾ ਅੰਦਰ ਆ ਜਾਣੀ ਕਰੇ ਕਿ ਨਰ ਅਚੇਤ ਪਾਪ ਤੇ ਡਰ ਰੇ। ਅਚਨ ਚੇਤ ਪਾਪ ਹੁੰਦਾ, ਉਸ ਦੇ ਕੋਲੋਂ ਵੀ ਭੈ ਭੀਤ ਹੋਵੇ, ਉਸੇ ਨੂੰ ਸਾਧ ਸੰਗਤ ਜੀ ਮੁਸਲਮਾਨ ਕਿਹਾ ਜਾਂਦਾ ਹੈ। ਪੜਿਆ ਬੂਝੈ ਸੋ ਪਰਵਾਨ। ਪੜਿਆ ਲਿਖਿਆ ਤੇ ਉਸੇ ਨੂੰ ਹੀ ਸਾਧ ਸੰਗਤ ਜੀ ਪ੍ਰਵਾਨ ਨੀਕਤਾ ਦਿੱਤੀ ਜਾਂਦੀ, ਜਿਹੜਾ ਪੜ ਕਰਕੇ ਵਿਦਿਆ ਨੂੰ ਫਿਰ ਪਰਮਾਤਮਾ ਨੂੰ ਬੂਝੈ ਬੁੱਝ ਲੈਣਾ ਕਰੇ। ਜਾਂ ਇਹ ਜਿੰਨਾ ਵੀ ਗਿਆਨ ਹੈ ਕਿਸ ਵਾਸਤੇ ਪੜ੍ਹੀ ਦਾ, ਇਕੱਠਾ ਕਰੀਦਾ, ਮਨ ਸਮਝਾਵਣ ਕਾਰਨੇ ਕਛੁਕ ਪੜ੍ਹੀਐ ਗਿਆਨ। ਇਹ ਸਾਰਾ ਜਿੰਨਾ ਵੀ ਗਿਆਨ ਹੈ ਆਪਣੇ ਮਨ ਨੂੰ ਸਮਝਾਉਣ ਵਾਸਤੇ ਹੈ, ਤੇ ਦੂਸਰੇ ਨੂੰ ਮਨੁੱਖ ਨਹੀਂ ਸਮਝਾਉਂਦਾ। ਗਿਆਨਵਾਨ ਆਪਣੇ ਮਨ ਨੂੰ ਉਪਦੇਸ਼ ਦਿੰਦਾ ਹੈ, ਕਿਉਂਕਿ ਮਨ ਹੀ ਸਾਰਿਆਂ ਐਸੇ ਕਾਰਨਾਂ ਕਰਕੇ ਸਾਧ ਸੰਗਤ ਜੀ ਰੁਕਾਵਟ ਖੜੀ ਕਰਦਾ ਹੈ। ਪੜ੍ਹਿਆ ਬੂਝੈ ਸੋ ਪ੍ਰਵਾਨ। ਜਿਸ ਨੇ ਗਿਆਨ ਨੂੰ ਪੜ੍ਹਿਆ, ਪਰਮਾਤਮਾ ਵਾਹਿਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕਰਕੇ ਕਮਾਉਣਾ ਕੀਤਾ, ਫਿਰ ਉਹ ਸਰੂਪ ਨੂੰ ਬੂਝੈ ਬੁੱਝ ਲੈਂਦਾ ਹੈ, ਜਾਣ ਲੈਂਦਾ, ਉਹੀ ਪ੍ਰਵਾਨ ਨੀਕ ਹੈ, ਸਫਲਾ ਹੈ। ਜਿਸ ਸਿਰ ਦਰਗਹਿ ਕਾ ਨੀਸਾਨ। ਤੇ ਜਿਸ ਦੇ ਸਿਰ ਦੇ ਉੱਤੇ, ਮਸਤਕ ਦੇ ਉੱਪਰ ਦਰਗਹਿ ਦਰਗਾਹ ਦਾ ਐਸਾ ਨਿਸ਼ਾਨ ਪਰਮਾਤਮਾ ਵਾਹਿਗੁਰੂ ਨੇ ਆਪ ਲਿਖਿਆ ਹੈ। ਫਿਰ ਸਾਧ ਸੰਗਤ ਜਿਨ੍ਹਾਂ ਨੂੰ ਦਰਗਾਹ ਦੇ ਵਿੱਚ ਜਾ ਕਰਕੇ ਮਾਣ ਸਤਿਕਾਰ ਹਾਸਲ ਹੋਣਾ ਤੇ ਪਰਮਾਤਮਾ ਦੇ ਦਰ ਦੀਆਂ ਵਡਿਆਈਆਂ ਪ੍ਰਾਪਤ ਹੋਣੀਆਂ, ਤੇ ਫਿਰ ਉਹ ਦੁਨੀਆ ਵਿੱਚ ਪਰਮਾਤਮਾ ਦੇ ਨਾਮ ਨੂੰ ਪੜ੍ਹਦੇ ਨੇ, ਪਹਿਲਾਂ ਸੁਣਦੇ ਨੇ ਪੰਜ ਪਿਆਰਿਆਂ ਕੋਲੋਂ, ਫਿਰ ਉਹਦੀ ਅੱਗੇ ਕਮਾਈ ਜ਼ਿੰਦਗੀ ਵਿੱਚ ਕਰਦੇ ਹਨ, ਤੇ ਫਿਰ ਉਹਨਾਂ ਨੂੰ ਪੜ੍ਹਿਆ ਦਰਗਹਿ ਤੇ ਪ੍ਰਵਾਨ ਪਰਮਾਤਮਾ ਦੀ ਦਰਗਾਹ ਵਿੱਚ ਫਿਰ ਉਹਨੂੰ ਜਾ ਕੇ ਪ੍ਰਵਾਨ ਨੀਕਤਾ ਮਿਲ ਜਾਂਦੀ ਹੈ। ਇਸ ਲਈ ਉਹੀ ਫਿਰ ਸਿਆਣਾ ਸੁਗੜ ਤਤ ਵੇਤਾ ਗੁਰੂ ਦਾ ਪਿਆਰਾ ਕਿਹਾ ਜਾਂਦਾ ਹੈ। ਇਹ ਤਿੰਨਾਂ ਨੂੰ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਕਾਜੀ ਦੇ ਪ੍ਰਥਾਏ, ਬ੍ਰਾਹਮਣ ਤੇ ਜੋਗੀ ਦੇ ਪ੍ਰਥਾਏ ਉਚਾਰਨ ਕਰਕੇ ਸਾਨੂੰ ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਦੇ ਦਿੱਤਾ ਹੈ। ਸੋ ਇਹ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਮੁਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।